ਬਾ ਅਨੁਕੂਲ ਬੇਨਤੀ ਕਰਾਂ। ਇਸ ਗੱਲ ਨਾਲ ਬਹੁਤਾ ਸਰੋਕਾਰ ਨਹੀਂ ਵੀ ਗਿਣਤੀ ਸੰਗਤਾਂ ਦੀ ਕਿਤਨੀ ਕੁ ਹੋਏ, ਬਸ ਹਾਂ ਇਸ ਗੱਲ ਨਾਲ ਸਰੋਕਾਰ ਜ਼ਰੂਰ ਹੈ ਵੀ ਤੁਸੀਂ ਜਿੰਨੇ ਕੁ ਸਰੀਰ ਕਰਕੇ ਬੈਠੇ ਹੋ, ਮਨ ਕਰਕੇ ਬੈਠੇ ਹੋ ਕਿ ਨਹੀਂ, ਕਿਉਂਕਿ ਆਮ ਤੌਰ ਤੇ ਨਾ ਮਾਤਰ ਸੰਸਾਰੀ ਗੱਲ ਸੁਣਨੀ ਹੋਵੇ ਤੇ ਕੰਨ ਦੇ ਕੇ ਸੁਣ ਲਈ ਇਹ ਗੱਲ ਬਣ ਜਾਂਦੀ ਹੈ, ਪਰ ਜੇ ਕਿਰੇ ਰੱਬ ਦੀ ਗੁਰੂ ਦੀ ਗੱਲ ਸੁਣਨੀ ਹੋਵੇ ਤੇ ਕੰਨ ਦੇ ਨਾਲ ਨਾਲ ਮਨ ਦਾ ਹੋਣਾ ਵੀ ਬਹੁਤ ਲਾਜ਼ਮੀ ਹੈ। ਇਸ ਵਾਸਤੇ ਤੁਸੀਂ ਤਰਸ ਕਰਿਓ, ਜਿਵੇਂ ਸਰੀਰ ਕਰਕੇ ਬੈਠੇ ਹੋ ਉਸੇ ਤਰ੍ਹਾਂ ਮਨ ਕਰਕੇ ਵੀ ਬਿਓ। ਹੋਵੋ ਇੱਕ ਵਾਰਾਂ ਸਾਰੀ ਸੰਗਤ ਇਕਾਗਰ ਚਿੱਤ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਗੁਰਧਾਮ ਦੀ ਰਾਖੀ ਵਾਸਤੇ ਜਿਨ੍ਹਾਂ ਨੇ ਆਪਣਾ ਸਿਰ ਤਲੀ ਤੇ ਰੱਖਿਆ, ਉਹਨਾਂ ਦੀ ਯਾਦ ਨੂੰ ਹਰਾ ਕਰਨ ਲਈ, ਸਜਰਾ ਕਰਨ ਲਈ, ਤਾਜ਼ਾ ਕਰਨ ਲਈ ਤੁਸੀਂ ਗੁਰੂ ਚਰਨਾਂ ਵਿੱਚ ਆ ਬਰਾਜੇ ਹੋ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਇਤਿਹਾਸ ਵਿੱਚ ਸੁਲਹੀ ਖਾਨ ਦਾ ਭਤੀਜਾ ਸੁਲਭੀ ਖਾਨ, ਜਿਹੜਾ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦਾ ਪ੍ਰਚੰਡ ਇਰਾਦਾ ਲੈ ਕੇ ਤੁਰਿਆ ਤੇ ਰਸਤੇ ਵਿੱਚ ਆਪਣੇ ਹੀ ਸਿਪਾਹੀਆਂ ਹੱਥੋਂ ਮਾਰਿਆ ਗਿਆ। ਇਸ ਸੁਲਭੀ ਤੋਂ ਲੈ ਕੇ ਸਾਕਾ ਨੀਲਾ ਤਾਰਾ ਜਾਂ ਬਲੂ ਸਟਾਰ ਤੱਕ ਇਸ ਪਵਿੱਤਰ ਅਸਥਾਨ, ਜਿਹਨੂੰ ਅਸੀਂ ਅਦਬ ਸਤਕਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਕਹਿੰਦੇ ਆ, ਇਸ ਪਵਿੱਤਰ ਅਸਥਾਨ ਨਾਲ ਸਾਡੀਆਂ ਭਾਵਨਾਤਮਕ ਤੇ ਸਿਧਾਂਤਕ ਸਾਂਝਾਂ ਨੇ। ਇਸੇ ਪਵਿੱਤਰ ਅਸਥਾਨ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਵਾਸਤੇ ਗੁਰੂ ਕੇ ਅਲਬੇਲੇ ਸਿੱਖ ਨੇ ਆਪਣੀ ਸ਼ਹਾਦਤ ਦਿੱਤੀ। ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਨੇ ਲੀਕ ਖਿੱਚ ਕੇ ਇਹ ਗੱਲ ਆਖੀ ਵੀ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਨਾਲੋਂ ਗੁਰਧਾਮਾਂ ਦੀ ਪਵਿੱਤਰਤਾ ਜ਼ਿਆਦੀ ਲੋੜੀਂਦੀ ਹੈ, ਵੀ ਬਾਬਾ ਦੀਪ ਸਿੰਘ ਸਾਹਿਬ ਨੇ ਸੰਕਲਪ ਕੀਤਾ ਵੀ ਚੱਲ ਮਨਾ ਫੌਜ ਲੈ ਕੇ ਹਰਿਮੰਦਰ ਸਾਹਿਬ ਦੀ ਰਾਖੀ ਕਰੀਏ। ਕਿਉਂ? ਕਿਉਂਕਿ ਹਰਿਮੰਦਰ ਸਾਹਿਬ ਵਿੱਚ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਸੀ ਹੋ ਰਿਹਾ। ਹਰਿਮੰਦਰ ਸਾਹਿਬ ਦੀ ਸਵਰਤੋਂ ਦੀ ਥਾਂ ਤੇ ਕਵਰਤੋਂ ਹੋ ਰਹੀ ਸੀ। ਤੇ ਪੜਚੋਲ ਇਹ ਕਰਨ ਵਾਲੀ ਸੀ ਵੀ ਅੱਜ ਜਿਹੜੇ ਸਾਡੇ ਧਾਰਮਿਕ ਸਥਾਨ ਨੇ, ਚਾਹੇ ਉਹ ਹਰਿਮੰਦਰ ਸਾਹਿਬ ਨੇ ਜਾਂ ਉਹਨਾਂ ਦੀ ਥਾਂ ਤੇ ਹੋਰ ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ, ਸੰਗਤ ਜੁੜਦੀ ਹੈ, ਵੀ ਅਸੀਂ ਸਵੈ ਪੜਚੋਲ ਕਰੀਏ ਵੀ ਅਸੀਂ ਕਿੱਥੇ ਖੜੇ ਆਂ, ਵੀ ਅਸੀਂ ਬਾਬਾ ਦੀਪ ਸਿੰਘ ਸਾਹਿਬ ਵਾਲੀ ਕਤਾਰ ਵਿੱਚ ਖੜੇ ਆਂ ਜਾਂ ਉਹ ਸੱਜਣ ਜਿਹੜਾ ਉੱਥੇ ਬੈਠ ਕੇ ਆਪਣੀ ਮਨਮਰਜ਼ੀ ਕਰਦਾ ਸੀ ਉਹਦੀ ਕਤਾਰ ਵਿੱਚ ਖੜੇ ਆਂ। ਅਸਲ ਵਿਸ਼ਾ ਇਹ ਸੀ। ਬਾਬਾ ਦੀਪ ਸਿੰਘ ਸਾਹਿਬ ਗੁਰੂ ਦੀ ਬਖਸ਼ਿਸ਼ ਦੇ ਪਾਤਰ ਨੇ। ਉਹ ਲੀਕ ਮਾਰ ਕੇ ਇੱਕ ਗੱਲ ਕਹਿੰਦੇ ਨੇ ਵੀ ਮੈਂ ਹਰਿਮੰਦਰ ਸਾਹਿਬ ਆਪਣਾ ਸੀਸ ਝੁਕਾਉਂਗਾ, ਤੇ ਮੈਨੂੰ ਰੰਚਕ ਮਾਤਰ ਕੋਈ ਸ਼ਿਕਵਾ, ਕੋਈ ਸ਼ੱਕ ਨਹੀਂ ਬਾਬਾ ਦੀਪ ਸਿੰਘ ਸਾਹਿਬ ਦੀ ਗੁਰੂ ਭਗਤੀ ਤੇ ਗੁਰੂ ਦੇ ਉੱਤੇ ਸ਼ੱਕ ਕਰਨ ਦਾ ਤੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਸ਼ੱਕ ਕਰੋ ਜੇ ਦੂਸਰ ਹੋਏ। ਗੱਲ ਇਹ ਨਹੀਂ ਖਿਮਾ ਕਰਨਾ ਵੀ ਗੁਰੂ ਵਿੱਚ ਇਹ ਸ਼ਕਤੀ ਨਹੀਂ ਵੀ ਗੁਰੂ ਕੇ ਸਿੱਖ ਨੂੰ ਇਹ ਨਹੀਂ, ਕਿਉਂਕਿ ਸਿਧਾਂਤ ਇਹ ਕਹਿੰਦਾ ਹੈ ਰੱਬ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ। ਤੇ ਬਾਪੂ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਵੀ ਗੁਰੂ ਸਿੱਖ ਤੇ ਸਿੱਖ ਗੁਰੂ ਹੈ। ਇਹਦਾ ਮਤਲਬ ਵੀ ਤਿੰਨੇ ਓਤ-ਪੋਤ ਨੇ, ਓਤ-ਪੋਤ ਤਿੰਨੇ ਨੇ। ਸਿਧਾਂਤ ਇਹ ਨਹੀਂ ਕਹਿੰਦਾ ਵੀ ਸ਼ਕਤੀ ਨਹੀਂ। ਗੁਰੂ ਕੋਲ, ਰੱਬ ਕੋਲ ਜਦੋਂ ਸਿੱਖ ਗੁਰੂ ਵਰਗਾ, ਰੱਬ ਵਰਗਾ ਹੋ ਜਾਂਦਾ ਹੈ ਤੇ ਇਹ ਸ਼ਕਤੀ ਆ ਜਾਂਦੀ ਹੈ। ਆ ਜਿਹੜੀ ਆਕਸੀਜਨ ਅਸੀਂ ਜਿੰਦਾ ਰਹਿਣ ਵਾਸਤੇ ਲੈਨੇ ਆ, ਜਿਹਦੀ ਸਾਨੂੰ ਲੋੜ ਹੈ, ਗੁਰਬਾਣੀ ਵਿੱਚ ਮੈਂ 2-3 ਉਦਾਹਰਨਾਂ ਆਪ ਜੀ ਦੀ ਨਜ਼ਰ ਕਰਨਾ ਵੀ ਜੇ ਮਾਲਕ ਨੂੰ ਭਾਵੇ ਤੇ ਉਹਦੇ ਤੋਂ ਬਗੈਰ ਵੀ ਰੱਖ ਲੈਂਦਾ। ਇੱਕ ਬਾਬਾ ਧੰਨਾ ਜੀ ਦਾ ਬਚਨ ਹੈ, ਉਹ ਕਹਿੰਦੇ ਨੇ ਵੀ ਗੱਲ ਤੇ ਉਹ ਰੋਜ਼ੀ ਦੀ ਕਰਦੇ ਨੇ ਵੀ ਰੋਜ਼ੀ ਦੀ ਚਿੰਤਾ ਨਾ ਕਰ, ਪਰ ਉੱਥੇ ਇੱਕ ਹੋਰ ਇਸ਼ਾਰਾ ਕਰ ਜਾਂਦੇ, ਕਹਿੰਦੇ ਨੇ ਪੱਥਰ ਦੇ ਵਿੱਚ ਕੀੜਾ ਬੈਠਾ ਹੈ ਤੇ ਲਮਹੇ ਤੋਂ ਬਾਅਦ ਮੁੱਦਤਾਂ ਲੰਘ ਗਈਆਂ ਤੇ ਕੋਈ ਪੱਥਰ ਤੋੜਨ ਵਾਲਾ ਵਦਾਨ ਲੈ ਕੇ ਉਸ ਪੱਥਰ ਦੇ ਉੱਤੇ ਮਾਰਦਾ, ਪੱਥਰ ਦੇ 2 ਟੁਕੜੇ ਹੋ ਜਾਂਦੇ ਨੇ, ਉਹਦੇ ਵਿੱਚੋਂ ਜੀਵਤ ਕੀੜਾ ਨਿਕਲਦਾ। ਤੇ ਜੇ ਉਹ ਤੱਕੇ ਪੜਚੋਲ ਕਰੇ, ਚੰਗੀ ਤਰ੍ਹਾਂ ਸਰਵੇਖਣ ਕਰੇ ਤੇ ਵੇਂਦਾ ਵੀ ਉਹਦੇ ਵਿੱਚ ਬਿਲਕੁਲ ਹੀ ਕੋਈ ਮਾਰਗ ਨਹੀਂ ਵੀ ਖੁਰਾਕ ਉੱਥੋਂ ਤੱਕ ਪਹੁੰਚੇ। ਖੁਰਾਕ ਦੀ ਗੱਲ ਛੱਡੋ ਵੀ ਹਵਾ ਤੱਕ ਉੱਥੇ ਸਰਕ ਕੇ ਨਹੀਂ ਜਾ ਸਕਦੀ, ਪਰ ਪ੍ਰਮਾਤਮਾ ਦੇ ਕੌਤਕ ਵੇਖੋ ਵੀ ਉਸ ਕੀੜੇ ਨੂੰ ਪੱਥਰ ਦੇ ਬਿਲਕੁਲ ਵਿਚਕਾਰ ਮੇਰਾ ਮਾਲਕ ਜਿੰਦਾ ਰੱਖਦਾ ਹੈ। ਪਾਖਾਨ ਕੀਟ ਗੁਪਤ ਹੋਏ ਰਹਤਾ ਤਾਂ ਚੇ ਮਾਰਗ ਨਹੀਂ, ਤੇ ਪ੍ਰਭ ਭਾਵੇ ਬਿਨ ਸਵਾਸ ਤੇ ਰਾਖੇ। ਮੇਰੇ ਮਾਲਕ ਨੂੰ ਭਾਵੇ ਤੇ ਉਹ ਸਰਬ ਕਲਾ ਸਮਰੱਥ ਹੈ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸੌਖਾ ਜਿਹਾ ਬੋਲ ਹੈ, ਤੁਸੀਂ ਅਕਸਰ ਪੜ੍ਹਦੇ ਸੁਣਦੇ ਹੋ ਸਕਦਾ ਤੁਹਾਡੀ ਤਵੱਜੋ ਜਾਂਦੀ ਹੋਵੇ, ਜੇ ਨਾ। ਮਾਲਕ ਕਹਿੰਦੇ ਨੇ ਵੀ ਗੱਲ ਰੱਬ ਦੇ ਤੇ ਗੁਰੂ ਦੇ ਵਸ ਵਿੱਚ। ਜੇ ਗੁਰੂ ਚਾਹੇ ਤੇ ਬਿਲਕੁਲ ਅਦਨੇ ਜੈ, ਬਿਲਕੁਲ ਕਮਜ਼ੋਰ ਜੈ ਬੰਦੇ ਵਿੱਚ ਇੰਨੀ ਤਾਕਤ ਰੱਖ ਦਿੰਦਾ ਹੈ ਵੀ ਉਹ ਲਸ਼ਕਰਾਂ ਦੇ ਲਸ਼ਕਰਾਂ ਨੂੰ ਫਨਾ ਫਿੱਲਾ ਕਰਨ ਵਿੱਚ, ਨੇਸਤੋ ਨਾਬੂਦ ਕਰਨ ਵਿੱਚ, ਨਸ਼ਟ ਭ੍ਰਸ਼ਟ ਕਰਨ ਵਿੱਚ ਕਾਮਯਾਬ ਹੋ ਜਾਂਦਾ। ਜਿਹਦਾ ਸਾਹ ਮਾਲਕ ਆਪ ਨਾ ਕੱਢੇ, ਜਿਹਨੂੰ ਮਾਲਕ ਆਪ ਦੂਜੇ ਅੱਖਰਾਂ ਵਿੱਚ ਕਹੀਏ ਜਿੰਦਾ ਰੱਖਣਾ ਚਾਹੇ, ਸਾਹਿਬ ਦੀ ਬਾਣੀ ਕਹਿੰਦੀ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ। ਤੇ ਜੇ ਮਾਲਕ ਗੁਰੂ ਸਵਾਰੀ ਸਾਧ ਸੰਗਤ ਕਿਸੇ ਦੀ ਕਾਇਆਂ ਦੀ ਮਡੋਲੀ ਨੂੰ ਡੇਕ ਕੇ ਵਿੱਚੋਂ ਸਵਾਸ ਕੱਢਣੇ ਚਾਹੇ ਤੇ ਉਹਨੂੰ ਫਿਰ ਕੋਈ ਬਚਾ ਵੀ ਨਹੀਂ ਸਕਦਾ। ਹਜ਼ੂਰ ਦਾ ਬਚਨ ਹੈ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਸਾਹਿਬ ਕਹਿੰਦੇ ਨੇ ਨਿੱਕੀ ਜੀ ਕੀੜੀ ਵਿੱਚ ਜੇ ਮਾਲਕ ਤਾਕਤ ਰੱਖੇ, ਨੀਕੀ ਕੀੜੀ ਮੈਂ ਕਲ ਰੱਖ। ਇੱਥੇ ਕਲ ਦੇ ਅਰਥ ਨੇ ਸ਼ਕਤੀ, ਤਾਕਤ, ਫੋਰਸ। ਜੇ ਛੋਟੀ ਜੀ ਕੀੜੀ ਵਿੱਚ ਮਾਲਕ ਤਾਕਤ
ਤਾਕਤ ਰੱਖਦਾ ਤੇ ਉਹ ਕੀ ਕਰਦੀ ਏ? ਕਹਿਣ ਲੱਗੇ ਭਸਮ ਕਰੈ ਲਸ਼ਕਰ ਕੋਟ ਲੱਖ। ਲੱਖਾਂ ਤੇ ਕਰੋੜਾਂ ਲਸ਼ਕਰਾਂ ਨੂੰ ਉਹ ਕੀੜੀ ਤਹਿਸ ਨਹਿਸ ਕਰ ਦਿੰਦੀ। ਫਿਰ ਸਾਹਿਬ ਕਹਿਣ ਲੱਗੇ ਜਿਸ ਕਾ ਸਾਸ ਨਾ ਕਾਢਤ ਆਪ। ਸਾਹ ਦਾ ਵੀ ਬੰਦੇ ਨੂੰ ਕਾਦੀ ਮਥਾਜ਼ਗੀ, ਜੇ ਉਹ ਚਾਹੇ ਤੇ ਇੰਨਾ ਕੁ ਸਮਰੱਥ ਏ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਉਹਦੀ ਸਮਰੱਥਾ ਕਿੰਨੀ ਹੈ, ਖਿਆਲ ਕਰਿਆ ਜੇ। ਬੰਦੇ ਨੇ ਸ਼ੇਰ ਨੂੰ ਪਿੰਜਰੇ ਵਿੱਚ ਪਾ ਦਿੱਤਾ, ਕੋਈ ਸ਼ੱਕ ਨਹੀਂ। ਆਸਾਮ ਦੇ ਵਿੱਚ ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਤੇ ਹਾਥੀਆਂ ਤੋਂ ਲੱਕੜਾਂ ਢਵਾਉਂਦੇ ਨੇ ਸੁੰਨਾਂ ਦੇ ਨਾਲ, ਮਹਾਵਤ ਕੁੰਡੇ ਲੈ ਕੇ, ਉਹਨਾਂ ਤੋਂ ਸਾਰਾ ਦਿਨ ਲੇਬਰ ਕਰਾਉਂਦੇ। ਐਡਾ ਸ਼ਕਤੀਸ਼ਾਲੀ ਤਾਕਤਵਰ ਜਿਹੜਾ ਹਾਥੀ ਏ, ਬੰਦੇ ਦੀਆਂ ਉਂਗਲਾਂ ਦੇ ਇਸ਼ਾਰਿਆਂ ਤੇ ਨੱਚਦਾ ਹੈ। ਹੰਟਰ ਫੜ ਕੇ ਇੱਕ ਸਧਾਰਨ ਜਿਹਾ ਦੁਬਲਾ ਪਤਲਾ ਬੰਦਾ ਜਾਂਦਾ, ਪਿੰਜਰੇ ਚੋਂ ਸ਼ੇਰ ਨੂੰ ਬਾਹਰ ਕੱਢਦਾ, ਹੰਟਰ ਖੜਕਾਉਂਦਾ ਤੇ ਉਹ ਥੱਲੇ ਬਹਿ ਜਾਂਦਾ, ਉਹਦੇ ਇਸ਼ਾਰੇ ਦੇ ਉੱਤੇ ਤੁਰਦਾ, ਇਸ਼ਾਰੇ ਤੇ ਰੁਕ ਜਾਂਦਾ। ਐਡਾ ਸ਼ਕਤੀਸ਼ਾਲੀ ਜਾਨਵਰ ਉਹਨੂੰ ਬੰਦੇ ਨੇ ਵਸ ਵਿੱਚ ਕਰ ਲਿਆ। ਪਰ ਅੱਜ ਤੱਕ ਬੰਦਾ ਇਹ ਨਹੀਂ ਕਰ ਸਕਿਆ ਵੀ ਸ਼ੇਰ ਅੱਜ ਤੈਨੂੰ ਛਟਾਲਾ ਪਾਣਾ, ਬਰਸੀਨ ਪਾਣਾ, ਅੱਜ ਜਵਾਰ ਪਾਣੀ ਖਾਣੀ ਪੈ ਗਈ। ਉਹ ਕਹਿੰਦਾ ਭੁੱਖਾ ਮਰ ਜਾਗਾ, ਨਹੀਂ ਖਾਵਾਂਗਾ, ਮੈਂ ਮਾਸਾਹਾਰੀ ਆ, ਮਾਸ ਹੀ ਖਾਵਾਂਗਾ। ਬੰਦੇ ਨੇ ਸ਼ੇਰ ਨੂੰ ਕਾਬੂ ਕਰ ਲਿਆ, ਪਰ ਮਾਸ ਦੀ ਥਾਂ ਤੇ ਸਾਗ ਨਹੀਂ ਖਵਾ ਸਕਦਾ। ਤੇ ਕੋਈ ਬੰਦਾ ਬੱਕਰੀ ਨੂੰ ਭੁੱਖਾ ਮਾਰਦਾ, ਭੇਡ ਨੂੰ ਭੁੱਖਾ ਮਾਰਦਾ, ਕਵੇ ਵੀ ਮਾਸ ਖਾਣਾ, ਉਹ ਕਹੇਗੀ ਮਰ ਜਾਗੀ ਪਰ ਮਾਸ ਨਹੀਂ ਖਾਂਗੀ। ਮੇਰੇ ਸਾਹਿਬ ਦੀ ਕੀ ਸਮਰੱਥਾ ਹੈ? ਸ਼ੀਆਂ, ਬਾਜਾਂ, ਚਰਗਾਂ, ਕੁਈਆਂ, ਇਹਨਾਂ ਖਵਾਲੇ ਘਾਹ ਖਾਣ, ਤਿਨਾ ਮਾਸ ਖਵਾਲੇ। ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ। ਤੇ ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ। ਲਸ਼ਕਰ ਕਰੇ ਸਵਾ। ਤੇ ਕਹਿਣ ਲੱਗੇ ਜੇਤੇ ਜੀ ਜੀਵੇਂ ਲੈ ਸਾਹ। ਧਿਆਨ ਦਿਆ ਜੇ, ਜੇਤੇ ਜੀ ਜੀਵੇਂ ਲੈ ਸਾਹ, ਜਿਵਾਲੇ ਤਾਂ ਕੇ ਅਸਾ। ਜਿੰਨੇ ਆਕਸੀਜਨ ਦੇ ਮੁਤਾਜ ਲੋਕ ਨੇ, ਜੇ ਉਹਦਾ ਦਿਲ ਕਰੇ ਤੇ ਬਿਨਾਂ ਆਕਸੀਜਨ ਤੋਂ ਵੀ ਜਿੰਦਾ ਰੱਖ ਲੈਂਦਾ ਹੈ। ਸਵਾਲ ਇਹ ਨਹੀਂਗਾ, ਮਾਲਕ ਸਮਰੱਥ ਹੈ, ਕਰਤਾ ਸਮਰੱਥ ਹੈ। ਤੇ ਕਹਿਣ ਲੱਗੇ ਜੇ ਸਿੱਖ ਵੀ ਗੁਰੂ ਦੇ ਹੁਕਮ ਵਿੱਚ ਚੱਲ ਕੇ ਗੁਰੂ ਦੀ ਆਗਿਆ ਦਾ ਪਾਲਣ ਕਰੇ ਤੇ ਗੁਰੂ ਵਰਗਾ ਹੋ ਨਿਬੜਦਾ ਹੈ, ਕਰਤੇ ਵਰਗਾ। ਕਿਉਂਕਿ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜੇ। ਜਦੋਂ ਉਹ ਸਾਈਂ ਵਰਗੇ ਥੀਂਦੇ ਨੇ, ਹੋ ਗੁਜ਼ਰਦੇ ਨੇ, ਤੇ ਫਿਰ ਉਹ ਸਾਈਂ ਵਾਂਗੂ ਆਕਸੀਜਨ ਦੇ ਮੁਤਾਜ ਨਹੀਂ ਰਹਿੰਦੇ। ਤਾਂ ਮੇਰੇ ਸਾਹਿਬ ਕਹਿੰਦੇ ਨੇ ਵੀ ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖੈ। ਜਿਸ ਕਾ ਸਾਸ ਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਮਾਨਸ ਯਤਨ ਕਰਤ ਬਹੁ ਭਾਂਤ। ਬੰਦਾ ਬੜੇ ਯਤਨ ਕਰਦਾ ਬੰਦੇ ਨੂੰ ਮਾਰਨ ਦੇ, ਪਰ ਕਹਿਣ ਲੱਗੇ ਤਿਸ ਕੇ ਕਰਤਬ ਬਿਰਥੇ ਜਾਤ। ਉਹਦੀਆਂ ਸਾਰੀਆਂ ਕਰਤੂਤਾਂ, ਸਾਰੇ ਯਤਨ ਸਭ ਦੇ ਸਭ ਵਿਅਰਥ ਚਲੇ ਜਾਂਦੇ ਨੇ। ਕਹਿਣ ਲੱਗੇ ਅੰਤ ਵਿੱਚ ਮਾਰੇ ਨਾ ਰਾਖੈ, ਅਵਰ ਨਾ ਕੋਏ। ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ। ਜਪ ਨਾਨਕ ਪ੍ਰਭ ਅਲਖ ਵਿਡਾਣੀ। ਇਹ ਸਿਧਾਂਤ ਬਾਬਾ ਦੀਪ ਸਿੰਘ ਸਾਹਿਬ ਨੇ ਇਹ ਪ੍ਰਣ ਕੀਤਾ ਵੀ ਮੈਂ ਆਪਣੇ ਕੇਂਦਰੀ ਅਸਥਾਨ, ਜਿਹਦੇ ਨਾਲ ਮੇਰੀਆਂ ਭਾਵਨਾਤਮਕ ਤੇ ਕੱਲੀਆਂ ਭਾਵਨਾਤਮਕ ਨਹੀਂ, ਜਜ਼ਬਾਤ ਨਹੀਂ, ਸਿਧਾਂਤਕ ਵਿਵੇਕਤਾ ਦੋਵੇਂ ਸਾਂਝਾ ਨੇ। ਕਿਉਂਕਿ ਉਹ ਸਾਡਾ ਕੇਂਦਰੀ ਅਸਥਾਨ ਨੇ, ਉਥੋਂ ਧਰਮ ਦਾ ਪ੍ਰਚਾਰ ਹੋਣਾ ਹੈ। ਤੇ ਉਥੇ ਕੋਈ ਅਧਰਮੀ ਬੰਦਾ ਕਬਜ਼ਾ ਕਰਕੇ ਬੈਠ ਜਾਏ, ਕੁਕਰਮ ਕਰੇ, ਤੇ ਸਿੱਖ ਕਹਿੰਦਾ ਮੇਰਾ ਸਰੀਰ ਵੀ ਉਥੇ ਲੇਖੇ ਤੇ ਲੱਗ ਜਾਏ ਤੇ ਮੈਂ ਲਾਂਗਾ। ਪਰ ਲਾਂਗਾ ਉਦੋਂ ਸੀਸ ਮੇਰਾ ਜਿਹੜਾ ਉਹ ਗੁਰੂ ਦੇ ਚਰਨਾਂ ਵਿੱਚ ਜਾ ਕੇ ਲੇਖੇ ਤੇ ਲੱਗੇਗਾ। ਤੇ ਗੁਰੂ ਸਵਾਰੀ ਸਾਧ ਸੰਗਤ ਖਿਆਲ ਕਰਿਆ ਜੇ ਅਸੀਂ ਭੈੜੇ ਪੱਖ ਤੋਂ ਕੋਈ ਸੰਕਲਪ ਕਰ ਲਈਏ ਨਾ, ਤੇ ਮਨੋਵਿਗਿਆਨੀ ਕਹਿੰਦੇ ਨੇ ਵੀ ਜੇ ਮਨੁੱਖ ਦੀ ਵਿਲ ਪਾਵਰ ਕੰਮ ਕਰਦੀ ਏ ਤੇ ਮਾੜੇ ਕੰਮ ਵਿੱਚ ਵੀ ਕਈ ਵਾਰਾਂ ਉਹ ਕਾਮਯਾਬ ਹੋ ਜਾਂਦਾ। ਪਰ ਜਦੋਂ ਚੰਗੇ ਕੰਮ ਵਿੱਚ ਅਸੀਂ ਕੋਈ ਸੰਕਲਪ ਕਰੀਏ, ਸਾਡੀ ਵਿਲ ਪਾਵਰ 10 ਗੁਣਾ ਜ਼ਿਆਦਾ ਕੰਮ ਕਰਦੀ ਏ। ਤੇ ਇਸ ਦੇ ਨਾਲ ਨਾਲ ਗੁਰੂ ਦੀ ਲਿਖਤੀ ਰੂਪ ਵਿੱਚ ਗਰੰਟੀ ਏ, ਭਾਵੇਂ ਉਹ ਗੁਰੂ ਕੇ ਸਿੱਖ ਨੇ ਨਿਰੂਪਣ ਕੀਤੀ ਏ ਵੀ ਜਦੋਂ ਕੋਈ ਸਿੱਖ ਸੰਕਲਪ ਬਣਾ ਕੇ ਵੀ ਗੁਰੂ ਦੇ ਘਰ ਪਹੁੰਚਣਾ, ਇੱਕ ਕਦਮ ਰੱਖੇ ਤੇ ਸਿੱਖ ਕਰੋੜਾਂ, ਗੁਰੂ ਅੱਗੋਂ ਕਰੋੜਾਂ ਕਦਮ ਲੈਣ ਵਾਸਤੇ ਹਾਜ਼ਰ ਹੋ ਜਾਂਦਾ ਹੈ। ਗੁਰੂ ਵੀ ਸ਼ਕਤੀ ਦਿੰਦਾ ਹੈ ਤੇ ਰੱਬ ਵਰਗਾ ਗੁਰੂ ਇਸ ਤਰ੍ਹਾਂ ਦੀ ਸਿਚੁਏਸ਼ਨ, ਇਸ ਤਰ੍ਹਾਂ ਦਾ ਮਾਹੌਲ ਸਿਰ ਦਿੰਦਾ ਹੈ ਵੀ ਮੇਰੇ ਮੂੰਹ ਦੇ, ਸਿੱਖ ਦੇ ਮੂੰਹ ਦੇ ਵਿੱਚੋਂ ਜਿਹੜਾ ਸਾਧ ਬਣ ਚੁੱਕਾ ਹੈ, ਉਹਦੇ ਮੂੰਹ ਚੋਂ ਨਿਕਲਿਆ ਹੋਇਆ ਬਚਨ ਵਿਅਰਥ ਨਾ ਚਲਾ ਜਾਏ। ਕਿਉਂਕਿ ਸਾਧ ਬਚਨ ਅਟਲਾਦਾ, ਸਾਧ ਦਾ ਬਚਨ ਅਟਲਾਦਾ। ਇਸ ਗੁਰੂ ਕੇ ਅਲਬੇਲੇ ਲਿਖਾਰੀ ਨੇ, ਗੁਰੂ ਕੇ ਅਲਬੇਲੇ ਇਸ ਮੌਖਿਕ ਰੂਪ ਵਿੱਚ ਗੁਰੂ ਕੀਆਂ ਗੱਲਾਂ, ਗੁਰੂ ਕੀਆਂ ਵਿਚਾਰਾਂ ਕਰਨ ਵਾਲੇ ਮਹਾਨ ਸ਼ਹੀਦ, ਖੰਡਾ ਵਾਹਣ ਵਾਲੇ ਇਸ ਸਿੱਖ ਦਾ ਪ੍ਰਾਣ ਰੱਖਿਆ। ਤੇ ਗੁਰੂ ਦੀ ਲਿਖਤੀ ਰੂਪ ਵਿੱਚ ਜ਼ਮਾਨਤ ਹੈ ਵੀ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕੀਰਤ ਸੇਵਕ ਕੀ। ਤੇ ਫਿਰ ਕਹਿਣ ਲੱਗੇ ਤਹਾਂ ਤਹਾਂ ਉਠ ਧਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਗੁਰੂ ਦੀ ਇਹ ਜ਼ਮਾਨਤ ਹੈ ਵੀ ਜਿੱਥੇ ਜਿੱਥੇ ਵੀ ਗੁਰੂ ਦਾ ਸੇਵਕ ਅਰਦਾਸ ਕਰੇ, ਮਾਲਕਾ ਇੱਥੋਂ ਦਮਦਮਾ ਸਾਹਿਬ ਤੋਂ ਪ੍ਰਣ ਕਰਕੇ ਚੱਲਿਆ। ਅਰਦਾਸ ਕੀਤੀ ਸਿੱਖ ਨੇ ਵੀ ਆਪਣੇ ਸੇਵਕ ਦੀ ਸੰਕਲਪ ਅਰਦਾਸ ਪ੍ਰਵਾਨ ਕਰਨੀ, ਮੇਰਾ ਸੀਸ ਤੇਰੇ ਦਰਬਾਰ ਤੱਕ ਪਹੁੰਚ ਜਾਏ, ਤੇਰੇ ਲੇਖੇ ਲੱਗ ਜਾਏ, ਕੋਈ ਅਚੰਭੇ ਵਾਲੀ ਗੱਲ ਨਹੀਂ। ਪਰ ਆਪਣੇ ਸੁਭਾਅ ਮੁਤਾਬਕ ਜਿਹੜੀ ਅਸਲ ਗੱਲ ਹੈ ਉਧਰ ਧਿਆਨ ਜ਼ਰੂਰ ਦਵਾਂਗਾ। ਅਸਲ ਗੱਲ ਸੀ ਵੀ ਕਿਸੇ ਸਾਧਨ ਦੀ ਦੁਰਵਰਤੋਂ। ਸਾਹਿਬ ਨੇ ਬਾਣੀ ਵਿੱਚ ਕਿਹਾ ਹੈ ਵੀ ਇਹ ਸਾਰੀ ਦੀ ਸਾਰੀ ਧਰਤੀ ਜਿਹੜੀ ਹੈ ਮਾਲਕ ਨੇ ਇਸ ਦੁਨੀਆ ਦੇ ਵਿੱਚ ਮਾਨੋ ਬ੍ਰਹਿਮੰਡ ਦੇ ਵਿੱਚ ਇੱਕ ਗੁਰਦੁਆਰੇ ਵਾਂਗੂ, ਇੱਕ ਧਰਮਸ਼ਾਲਾ ਵਾਂਗੂ ਬਣਾਈ ਹੈ। ਕਿਉਂਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ।
ਤੇ ਉਸ ਧਰਮਸ਼ਾਲ ਦੇ ਵਿੱਚ ਫਿਰ ਹੋਰ ਖਾਸ ਜਗ੍ਹਾ ਜਿਹਦੇ ਵਿੱਚੋਂ ਹਰਮੰਦਰ ਸਾਹਿਬ ਇੱਕ ਹੈ, ਜਿਹਦੇ ਵਿੱਚੋਂ ਫੁੱਟ ਕੇ ਧਰਮ ਦੀ ਖੁਸ਼ਬੂ ਬਾਹਰ ਨਿਕਲਣੀ ਸੀ। ਉੱਥੇ ਜਦੋਂ ਕੋਈ ਕੁਕਰਮੀ ਬੰਦਾ ਬੈਠ ਜਾਂਦਾ, ਕੋਈ ਸਵਾਰਥੀ ਬੰਦਾ ਬੈਠ, ਖਿਆਲ ਕਰਨਾ ਹਾਲਾਤ ਬਿਲਕੁਲ ਇਸ ਤਰ੍ਹਾਂ ਦੇ ਨਹੀਂ ਵੀ ਉਸੇ ਤਰ੍ਹਾਂ ਦੀ ਮੰਜੀ ਹੋਵੇਗੀ, ਉਸੇ ਤਰ੍ਹਾਂ ਦਾ ਮਸਾ ਰੰਗੜ ਹੋਵੇਗਾ, ਉਸੇ ਤਰ੍ਹਾਂ ਦੀ ਕੰਜਰੀ ਨੱਚਦੀ ਹੋਵੇਗੀ, ਕੋਈ ਜ਼ਰੂਰੀ ਨਹੀਂ। ਰੂਪਾਂਤਰਿਤ ਹੋ ਸਕਦਾ ਰੂਪ, ਜਿਹੜਾ ਸੁਭਾਅ ਥੋੜੇ ਬਦਲ ਸਕਦੇ, ਸਵਾਰਥ ਕਿਸੇ ਹੋਰ ਤਰੀਕੇ ਦਾ ਹੋ ਸਕਦਾ। ਸਵੈ ਪੜਚੋਲ ਇਹ ਕਰਨੀ ਹੈ ਵੀ ਜੋ ਉਹਨਾਂ ਦੇ ਸੰਕਲਪ ਸਨ, ਐਡਾ ਵੱਡਾ ਸ਼ਹੀਦ, ਐਡਾ ਰੋਸ਼ਨ ਦਿਮਾਗ ਗੁਰੂ ਕਾ ਸਿੱਖ, ਜਿਹਦੀ ਕੌਮ ਨੂੰ ਅਜੇ ਬਹੁਤ ਭਾਰੀ ਲੋੜ ਸੀ, ਉਹ ਇਹ ਮਹਿਸੂਸ ਕਰਦੇ ਨੇ ਵੀ ਹੁਣ ਮੈਨੂੰ ਆਪਣੇ ਸਰੀਰ ਦਾ ਠੀਕਰਾ ਤੋੜ ਦੇਣਾ ਚਾਹੀਦਾ। ਜੇ ਗੁਰਧਾਮਾਂ ਦੇ ਅੰਦਰ ਇਹ ਕੁਕਰਮ ਹੁੰਦੇ ਨੇ ਤੇ ਮੇਰਾ ਜੀਣਾ ਯੋਗ ਨਹੀਂਗਾ। ਤੇ ਇਹ ਸਵੈ ਪੜਚੋਲ ਕਰਨ ਵਾਲੀ ਗੁਰੂ ਸਵਾਰੀ ਸਾਧ ਸੰਗਤ ਵਿਚਾਰ ਹੈ ਵੀ ਅੱਜ ਮੈਂ ਆਪਣੀ ਸਵੈ ਪੜਚੋਲ ਕਰਾਂ ਵੀ ਇੱਕ ਗੁਰੂ ਕਾ ਚੌਕੀਦਾਰ ਹੋਣ ਦੇ ਨਾਤੇ ਮੈਂ ਕਿੰਨੀ ਕੁ ਬੇਬਾਕੀ ਤੇ ਨਤੜਕਾ ਨਾਲ ਗੁਰੂ ਕੀ ਗੱਲ ਕਹਿਣਾ। ਅਸੀਂ ਆਪਣੇ ਥਾਂ ਤੇ ਸਾਰੇ ਪੁਰਜੇ ਆ ਇਸ ਗੱਡੀ ਨੂੰ ਦੜਾਉਣ ਵਾਸਤੇ। ਅਸੀਂ ਕੀ ਆਪਣਾ ਕੰਮ ਆਪਣੇ ਥਾਂ ਤੇ ਕਰ ਰਹੇ ਆ। ਤੇ ਜੇ ਬਾਬਾ ਦੀਪ ਸਿੰਘ ਸਾਹਿਬ ਲੀਕ ਮਾਰ ਕੇ ਆਵਾਜ਼ ਮਾਰਦੇ ਨੇ ਤੇ ਮੇਰਾ ਖਿਆਲ ਉੱਥੇ ਕੋਈ ਇਸ ਤਰ੍ਹਾਂ ਦਾ ਵਖਰੇਵਾ ਨਹੀਂ ਸੀ ਵੀ ਇਹ ਮਝੈਲ ਏ ਤੇ ਇਹ ਮਾਲਵੇ ਵਾਲਾ ਦੁਆਬੇ, ਅਸੀਂ ਨਹੀਂ ਇਹਦੇ ਨਾਲ ਜਾਣਾ ਲੜਨ, ਇਹ ਫਲਾਣੀ ਸੰਪਰਦਾ ਨਾਲ ਸੰਬੰਧਿਤ ਹੈ। ਅੱਜ ਜਿਹੜੀ ਸਿਚੁਏਸ਼ਨ ਹੈ, ਖਿਮਾ ਕਰਿਆ ਜੇ, ਮੈਨੂੰ ਮਾਫ ਵੀ ਕਰ ਦਿਆ ਜੇ, ਕਿਉਂਕਿ ਮੈਂ ਚੌਕੀਦਾਰ ਆ ਤੇ ਚੌਕੀਦਾਰ ਦਾ ਫਰਜ਼ ਇਹ ਹੁੰਦਾ ਵੀ ਪਿੰਡ ਦੇ ਕਿਸੇ ਘਰ ਨੂੰ ਸੰਨ ਲੱਗੀ ਹੋਵੇ ਤੇ ਜੇ ਲੜ ਨਹੀਂ ਸਕਦਾ ਤੇ ਰੌਲਾ ਜ਼ਰੂਰ ਪਾਏ ਵੀ ਭਾਈ ਜਾਗ ਜਾਓ, ਬਚ ਜਾਓ। ਅੱਜ ਸਿਚੁਏਸ਼ਨ ਇਹ ਵੇ ਜਦੋਂ ਵਿਚਰੀਦਾ ਭਾਈ ਸਾਹਿਬ ਇਲਾਕਾ ਕਿਹੜਾ ਹੈ, ਦੂਜੀ ਸਮੱਸਿਆ ਇਹ ਖੜੀ ਹੋ ਜਾਂਦੀ ਸੰਪਰਦਾ ਕਿਹੜੀ ਹੈ। ਬਸ ਇੱਥੇ ਅਸੀਂ ਖੜੇ ਆ। ਬਾਬਾ ਦੀਪ ਸਿੰਘ ਸਾਹਿਬ ਦੇ ਅੰਦਰ ਉੱਕਾ ਹੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਨਾ ਉਹਨਾਂ ਦੀ ਕੋਈ ਸੰਪਰਦਾ ਸੀ। ਜਿਹੜੀ ਸਾਹਿਬ ਨੇ ਡਿਊਟੀ ਲਾਈ, ਸੁੱਤੇ ਸਿੱਧ ਸੰਪਰਦਾ ਬਣ ਗਈ। ਕੰਮ ਕੀਤਾ ਤੇ ਜਦੋਂ ਕੋਈ ਚੰਗਾ ਕੰਮ ਕਰੇ ਨਾ, ਕੋਈ ਜ਼ਰੂਰਤ ਨਹੀਂ ਪੈਂਦੀ ਸਾਈਨ ਬੋਰਡ ਬਣਾਉਣ ਦੀ, ਕੋਈ ਹੋਕਾ ਦੇਣ ਦੀ, ਕੋਈ ਢੰਡੋਰੇ ਪਿੱਟਣ ਦੀ, ਆਪਣੇ ਆਪ ਸੰਪਰਦਾ ਬਣ ਗਈ। ਤੇ ਉਹ ਖੁਸ਼ਬੂ ਉਹਨਾਂ ਨੇ ਜਿਹੜੀ ਖਿਲਾਰੀ, ਉਹ ਹੁਣ ਤੱਕ ਖਿਲਰ ਰਹੀ ਹੈਗਾ, ਪਤਾ ਨਹੀਂ ਕਦੋਂ ਤੱਕ ਰਹਿੰਦੀ, ਦੁਨੀਆ ਤੱਕ ਖਿਲਰੇਗੀ। ਪਰ ਮੈਂ ਜਿੱਥੋਂ ਤੱਕ ਉਹਨਾਂ ਦਾ ਜੀਵਨ ਪੜ੍ਹਿਆ, ਨਾ ਉਹਨਾਂ ਨੇ ਕਦੀ ਕਿਸੇ ਨੂੰ ਪੁੱਛਿਆ ਸੀ ਵੀ ਸੰਪਰਦਾ ਕਿਹੜੀ ਹੈ, ਨਾ ਉਹਨਾਂ ਨੇ ਕਦੀ ਕਿਸੇ ਨੂੰ ਪੁੱਛਿਆ ਸੀ ਵੀ ਭਾਈ ਇਲਾਕਾ ਕਿਹੜਾ ਹੈ, ਖੰਡਾ ਤੈਨੂੰ ਤਾਂ ਦਿਆਂਗਾ, ਕਿਰਪਾਨ ਤਾਂ ਦਿਆਂਗਾ। ਮੁਬਾਰਕ ਏ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਤੁਸੀਂ ਉਸ ਮਹਾਨ ਸ਼ਹੀਦ ਨੂੰ ਚੇਤਾ ਕੀਤਾ। ਆਓ ਮੈਂ ਵੀ ਕੋਸ਼ਿਸ਼ ਕਰਾਂ ਵੀ ਸੰਪਰਦਾਵਾਂ ਦੇ ਘੇਰੇ ਚੋਂ ਬਾਹਰ ਨਿਕਲਾਂ, ਤੁਸੀਂ ਵੀ ਸਾਰੇ ਬਾਹਰ ਨਿਕਲੋ, ਇਲਾਕੇਵਾਦ ਚੋਂ ਬਾਹਰ ਨਿਕਲੀਏ, ਇੱਕ ਪਲੇਟਫਾਰਮ ਤੇ ਇਕੱਠੇ ਹੋਈਏ। ਫਿਰ ਅਸੀਂ ਹਰਮੰਦਰ ਸਾਹਿਬ ਦੀ ਬੇਪਤੀ ਤੇ ਦੁਰਵਰਤੋਂ ਨੂੰ ਰੋਕ ਸਕਾਂਗੇ। ਜਦੋਂ ਤੱਕ ਅਸੀਂ ਆਪਣਾ ਢੋਲ ਵਜਾਉਣ ਵਿੱਚ ਮਸ਼ਰੂਫ ਹਾਂ, ਉਦੋਂ ਤੱਕ ਦੀਪ ਸਿੰਘ ਬਾਬਾ ਜੀ ਵਾਲੀ ਅੰਦਰ ਕਰਨੀ ਜਿਹੜੀ ਏ ਉਹਦਾ ਆਉਣਾ ਅਸੰਭਵ ਏ। ਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਾਲੇ ਵੀਰਾਂ ਨੇ, ਮੇਰੇ ਸਤਿਕਾਰਯੋਗ ਵੀਰ ਸਰਦਾਰ ਸੁਰਦੇਵ ਸਿੰਘ ਜਟਾਣਾ, ਸਰਦਾਰ ਲਖਬੀਰ ਸਿੰਘ ਤੇ ਹੋਰ ਬਹੁਤੇ ਵੀਰਾਂ ਦੇ ਮੈਨੂੰ ਨਾਵਾਂ ਦਾ ਨਹੀਂ ਪਤਾ, ਸਾਰੇ ਹੀ ਮਾਫ ਕਰਿਓ। ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਜਿਨ੍ਹਾਂ ਨੇ ਆਪਣੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਹੈ। ਕਿਉਂਕਿ ਜਿਹੜੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ, ਵੱਡੇ ਵਡੇਰਿਆਂ ਦੀਆਂ ਗਾਥਾਵਾਂ ਨੂੰ ਫੋਲਦੇ ਨੇ, ਉਹਨਾਂ ਨੂੰ ਵੇਖ ਕੇ, ਪੜ੍ਹ ਕੇ, ਸੁਣ ਕੇ ਮਨੁੱਖ ਨੂੰ ਹਲਾਰਾ ਆਉਂਦਾ ਹੈ। ਪ੍ਰਿੰਸੀਪਲ ਸਤਬੀਰ ਸਿੰਘ ਦੀ ਇੱਕ ਛੋਟੀ ਜਿਹੀ ਟੂਕ ਮਾਤਰ ਗੱਲ ਕਹਿ ਕੇ ਮੈਂ ਖਿਮਾ ਲੈਣੀ ਹੈ। ਉਹ ਕਹਿੰਦੇ ਨੇ ਇਤਿਹਾਸ ਜਿਹੜਾ ਹੈ, ਜਿੰਨਾ ਚਿਰ ਮਨੁੱਖ ਇਤਿਹਾਸ ਨੂੰ ਨਹੀਂ ਫੋਲਦਾ, ਉਹਨਾਂ ਚਿਰ ਉਹ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਉਹਨਾਂ ਨੇ ਇੱਕ ਆਧੁਨਿਕ ਉਦਾਹਰਨ ਦਿੱਤੀ ਹੈ। ਕਹਿੰਦੇ ਨੇ ਬੰਦਾ ਜਦੋਂ ਤੁਰਦਾ ਹੈ, ਜੇ ਉਹ ਇਹ ਕਵੇ ਵੀ ਮੈਂ ਅਗਲਾ ਪੈਰ ਜਿਹੜਾ ਹੈ ਉਹ ਰੱਖ ਲਿਆ, ਹੁਣ ਪਿਛਲੇ ਪੈਰ ਨੂੰ ਆਪਣੀ ਜਗ੍ਹਾ ਤੋਂ ਮੈਂ ਹਿਲਾਉਣਾ ਨਹੀਂ, ਤੇ ਉਹ ਬੰਦਾ ਕਦੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਇੱਕ ਪੈਰ ਅੱਗੇ ਰੱਖਿਆ, ਉਸ ਪੈਰ ਦੇ ਉੱਤੇ ਭਾਰ ਪਾ ਕੇ ਪਿਛਲੇ ਪੈਰ ਨੂੰ ਧੂ ਕੇ ਅੱਗੇ ਰੱਖਣਾ ਪਏਗਾ, ਤੇ ਫਿਰ ਇਸੇ ਤਰ੍ਹਾਂ ਕ੍ਰਮਵਾਰ ਪਿਛਲਾ ਅੱਗੇ, ਉਦੋਂ ਪਿਛਲਾ, ਉਦੋਂ ਅੱਗੇ, ਇਉਂ ਬੰਦਾ ਇੱਕ ਇੱਕ ਕਦਮ ਕਰਦਿਆਂ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਜੇ ਪਿਛਲੇ ਪੈਰ ਦਾ ਧਿਆਨ ਨਾ ਰੱਖੀਏ ਤੇ ਅਗਲਾ ਕੱਲਾ ਪੈਰ ਵੀ ਕੁਝ ਨਹੀਂ ਕਰ ਸਕਦਾ। ਇਤਿਹਾਸ ਨੂੰ ਫੁੱਲਣਾ, ਪਿਛਲੇ ਪੈਰ ਨੂੰ ਚੁੱਕ ਕੇ ਅੱਗੇ ਰੱਖਣ ਦੇ ਨਿਮਿत्ते ਇਹ ਬਹੁਤ ਸ਼ਲਾਘਾਯੋਗ ਕਰਮ ਹੈ। ਮੇਰਾ ਗੁਰੂ ਕਿਰਪਾ ਕਰੇ ਸਾਰੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਜਾਏ, ਸਾਡੇ ਅੰਦਰ ਉਹ ਭਾਵਨਾ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਵਾਲੀ ਗੱਲ ਆ ਜਾਏ, ਤੇ ਅਸੀਂ ਸਾਰੇ ਇੱਕ ਥਾਂ ਇਕੱਠੇ ਹੋ ਕੇ ਬਾਹੀਂ ਖਿਲਾਰ ਕੇ ਕਹੀਏ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੇ ਇਉਂ ਸਾਡਾ ਇਤਫਾਕ ਵੇਖ ਕੇ ਸਤਿਗੁਰੂ ਕਿਰਪਾ ਕਰਨ ਤੇ ਸਾਨੂੰ ਉਸ ਤਰ੍ਹਾਂ ਦੀ ਜੀਵਨ ਜੁਗਤੀ ਬਖਸ਼ਿਸ਼ ਕਰ ਦੇਣ ਜਿਸ ਤਰ੍ਹਾਂ ਦੀ ਮਹਾਂਪੁਰਸ਼ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਸੀ।